ਸਤਿ ਸ਼੍ਰੀ ਅਕਾਲ ਜੀ। ਸਕਾਈ ਨਿਊਜ਼ ਪੰਜਾਬ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਵਰਿਆਂ ਚੋਂ ਜੇਲ੍ਹਾਂ 'ਚ ਬੰਦ ਸਿਆਸੀ ਸਿੱਖ ਕੈਦੀਆਂ ਦਾ ਮੁੱਦਾ ਇਸ ਵਾਰ ਫਿਰ ਗਰਮਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲ ਕਦਮੀ ਦੇ ਨਾਲ ਇੱਕ ਸਿੱਖ ਆਗੂਆਂ ਦੀ ਮੀਟਿੰਗ ਜਿਹੜੀ ਕਮੇਟੀ ਬਣਾਈ ਗਈ ਹੈ, ਜਿਹਦੀ ਬੈਠਕ ਵੀ ਹੋ ਕੇ ਹਟੀ ਹੈ। ਇਸ ਨੂੰ ਲੈ ਕੇ ਦੁਬਾਰਾ ਉਮੀਦ ਤਾਂ ਜਾਗੀ ਹੈ, ਪਰ ਇਸ ਕਮੇਟੀ ਦੇ ਵਿੱਚ ਵੀ ਸਾਰਾ ਕੁਝ ਸਹੀ ਨਹੀਂ ਹੈ, ਜਿਸ ਦਾ ਇੱਕ ਵੱਡਾ ਕਾਰਨ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਜਿਹੜੇ ਸੰਤ ਬਲਜੀਤ ਸਿੰਘ ਦਾਦੂਵਾਲ, ਉਹਨਾਂ ਨੇ ਉਚੇਚੇ ਤੌਰ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਐਡਵੋਕੇਟ ਧਾਮੀ ਉਹਨਾਂ ਨੂੰ ਪੱਤਰ ਲਿਖ ਕੇ ਕਹਿ ਦਿੱਤਾ ਹੈ ਕਿ ਇਸ ਕਮੇਟੀ ਚੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕੱਢ ਦਿੱਤਾ ਜਾਏ। ਇਹ ਬਹੁਤ ਵੱਡੀ ਇਸ ਨੂੰ ਇੱਕ ਆਪਾਂ ਪੰਥਕ ਸਿਆਸਤ ਦੇ ਵਿੱਚ ਗਤੀਵਿਧੀ ਦੇ ਤੌਰ ਤੇ ਮੰਨਦੇ ਹਾਂ, ਕਿਉਂਕਿ ਸੁਖਬੀਰ ਸਿੰਘ ਬਾਦਲ ਨਾ ਕਹੀਏ ਆਪਾਂ ਕਿ ਬਾਦਲ ਪਰਿਵਾਰ ਉਹ ਪਰਿਵਾਰ ਹੈ ਜਿਸ ਦਾ ਕਿ ਕਿਹਾ ਜਾਂਦਾ ਹੈ ਕਿ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਸਿੱਖ ਸਿਆਸਤ, ਖਾਸ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਵਰ੍ਹਿਆਂ ਤੋਂ ਕਬਜ਼ਾ ਚੱਲਦਾ ਆ ਰਿਹਾ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਲਗਾਤਾਰ ਅੱਗੇ ਪੈਂਦੀਆਂ ਜਾ ਰਹੀਆਂ ਨੇ। ਇਸ ਨੂੰ ਬਾਦਲ ਪਰਿਵਾਰ ਲਈ ਕਹਿ ਲਓ ਜਾਂ ਬਾਦਲਾਂ ਦੀ ਸਿਆਸਤ ਲਈ ਕਹਿ ਲਓ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਜੋ ਨਤੀਜੇ ਮਾਰਚ ਮਹੀਨੇ ਆਏ ਨੇ, ਉਸ 'ਚ ਜੋ ਏਡਾ ਵੱਡਾ ਝਟਕਾ ਲੱਗਾ ਹੈ ਕਿ ਮਹਿਜ 3 ਸੀਟਾਂ ਤੇ ਸਿਮਟ ਕੇ ਰਹਿ ਗਈ ਹੈ ਪਾਰਟੀ। ਉਸ ਤੋਂ ਬਾਅਦ ਇੱਕ ਜੇ ਪਹਿਲਾ ਆਪਾਂ ਕਹਾਂਗੇ ਕਿ ਪੰਥਕ ਪਿੜ ਦੇ ਵਿੱਚ, ਪੰਥਕ ਸਿਆਸਤ ਦੇ ਪਿੜ ਦੇ ਵਿੱਚ ਪਹਿਲਾ ਹੱਲਾ ਇਹ ਜਾਤੀ ਤੌਰ ਦੇ ਉੱਤੇ ਬਾਦਲਾਂ ਉੱਤੇ ਜਾਂ ਬਾਦਲ ਪਰਿਵਾਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਉੱਤੇ ਮੰਨਿਆ ਜਾ ਰਿਹਾ ਹੈ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਿੰਘ ਸਾਹਿਬ ਬਲਜੀਤ ਸਿੰਘ ਦਾਦੂਵਾਲ ਇਸ ਵਕਤ ਉਚੇਚੇ ਤੌਰ ਤੇ ਫੋਨ ਲਾਈਨ ਤੇ ਸਕਾਈ ਨਿਊਜ਼ ਨਾਲ ਜੁੜੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਸੰਤ ਜੀ। ਨੀਲ ਭਲਿੰਦਰ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਮੈਂ ਕਾਫੀ ਜਿਹੜਾ ਹੈਗਾ ਇਸ ਦਾ ਡਿਟੇਲ ਜਿਹੜੀ ਸਾਂਝੀ ਕੀਤੀ ਹੈ ਦਰਸ਼ਕਾਂ ਨਾਲ, ਪਰ ਮੇਰਾ ਸਵਾਲ ਪਹਿਲਾਂ ਤੁਹਾਨੂੰ ਜਾਤੀ ਤੌਰ ਦੇ ਉੱਤੇ ਹੈ ਕਿ ਜਦੋਂ ਤੁਸੀਂ 2 ਮੀਟਿੰਗਾਂ ਕਰ ਚੁੱਕੇ ਹੋ ਅੰਮ੍ਰਿਤਸਰ ਜਾ ਕੇ ਦਰਬਾਰ ਸਾਹਿਬ ਵਿਖੇ, ਉਸੇ ਕਮੇਟੀ ਦੇ ਵਿੱਚ ਉਹਨਾਂ ਦੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਜਾਂ ਪਰਮਜੀਤ ਸਿੰਘ ਸਰਨਾ ਉਹਨਾਂ ਦੇ ਨਾਲ ਮੋਢਾ ਜੋੜ ਕੇ ਉੱਥੇ ਇਤਰਾਜ਼ ਨਹੀਂ ਤੁਸੀਂ ਕੀਤਾ ਤੇ ਉੱਥੋਂ 2 ਮੀਟਿੰਗਾਂ ਤੋਂ ਬਾਹਰ ਆ ਕੇ ਤੁਸੀਂ ਚਿੱਠੀ ਲਿਖ ਦਿੱਤੀ ਹੈ। ਇਹ ਸਮਝ ਨਹੀਂ ਆ ਰਿਹਾ ਕਿਸੇ ਨੂੰ। ਇਹ ਸਵਾਲ ਤੁਹਾਡੇ ਤੇ ਉੱਠ ਰਿਹਾ ਹੈ। ਜਿਹੜੀ ਜਾਣਕਾਰੀ ਦੀ ਕਮੀ ਹੁੰਦੀ ਆ, ਜਿਹੜਾ ਸਮਝ ਨਹੀਂ ਆ ਰਹੀ, ਉਹ ਜਾਣਕਾਰੀ ਦੀ ਕਮੀ ਆ। ਮੈਂ ਜਾਣਕਾਰੀ ਚ ਵਾਧਾ ਤੁਹਾਡੇ ਤੇ ਸਾਰੇ ਸਰੋਤਿਆਂ ਦੇ ਕਰਦੇ ਆ ਕਿ ਇਹ ਕੋਈ 2 ਮੀਟਿੰਗਾਂ ਤੋਂ ਬਾਅਦ ਚਿੱਠੀ ਨਹੀਂ ਲਿਖੀ ਗਈ ਜੀ। ਪਹਿਲੀ ਗੱਲ ਤਾਂ ਇਹ ਹੈ ਕਿ 11 ਤਰੀਕ ਨੂੰ ਜਿਹੜਾ ਪੰਥਕ ਇਕੱਠ ਸੱਦਿਆ ਗਿਆ ਸੀ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਹਾਂਜੀ, ਉਸ ਦੇ ਵਿੱਚ ਸੁਝਾਅ ਤੇ ਸਹਿਯੋਗ ਮੰਗਿਆ ਗਿਆ ਸੀ ਜੀ। ਤਾਂ ਸਾਰਿਆਂ ਨੇ ਸੁਝਾਅ ਤੇ ਸਹਿਯੋਗ ਦਿੱਤੇ ਸੀ ਤੇ ਸਰਦਾਰ ਧਾਮੀ ਸਾਹਿਬ ਨੂੰ ਅਧਿਕਾਰ ਦਿੱਤੇ ਸੀ ਕਿ ਉਹ ਜਿਹੜੇ 3 ਮਤੇ ਪਾਸ ਕੀਤੇ ਸੀ ਉਹਦੇ ਤੇ ਅੱਗੇ ਵਰਕ ਕਰਨ। ਉਹਨਾਂ ਨੇ 16 ਤਰੀਕ ਨੂੰ ਜਿਹੜਾ ਸੀ ਇੱਕ 9 ਮੈਂਬਰੀ ਕਮੇਟੀ ਐਲਾਨ ਕੀਤੀ ਸੀਗੀ ਜੀ, ਔਰ ਉਸ 9 ਮੈਂਬਰੀ ਕਮੇਟੀ ਜਿਹੜੀ ਐਲਾਨ ਕੀਤੀ ਬਕਾਇਦਾ ਲੈਟਰ ਹੈਡ ਦੇ ਉੱਤੇ, ਤੇ ਨਾਲ ਹੀ ਉਹਨਾਂ ਨੇ ਮੀਟਿੰਗ ਕਾਲ ਕੀਤੀ ਸੀ ਵੀ ਇਹ ਕਮੇਟੀ 19 ਤਰੀਕ ਨੂੰ 12 ਵਜੇ SGPC ਆਫਿਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੀਟਿੰਗ ਹੋਏਗੀ ਇਹਦੀ ਜੀ। ਤਾਂ ਤੁਸੀਂ ਇਹ ਦੇਖੋ ਕਿ ਪਹਿਲੀ ਗੱਲ ਤਾਂ ਇਹ ਆ ਕਿ 2 ਮੀਟਿੰਗਾਂ ਕੋਈ ਨਹੀਂ ਹੋਈਆਂ, ਇਹ ਪਲੇਠੀ ਮੀਟਿੰਗ ਸੀਗੀ ਜੀ। ਔਰ ਇਹਦੇ ਚ 9 ਮੈਂਬਰੀ ਜਿਹੜੀ ਐਲਾਨ ਕੀਤੀ ਸੀਗੀ ਕਮੇਟੀ, ਬਾਅਦ ਵਿੱਚ 2 ਮੈਂਬਰਾਂ ਦਾ ਵਾਧਾ ਕੀਤਾ ਗਿਆ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਤੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ ਜੀ, ਉਹਨਾਂ ਨੂੰ ਵੀ ਸ਼ਾਮਲ ਕਰਕੇ 11 ਮੈਂਬਰੀ ਕਮੇਟੀ ਬਣਾ ਦਿੱਤੀ ਜੀ। ਤਾਂ ਉਹ 11 ਮੈਂਬਰੀ ਕਮੇਟੀ ਦੀ ਪਲੇਠੀ ਮੀਟਿੰਗ ਸੀਗੀ 19 ਤਰੀਕ ਨੂੰ ਜੀ। ਔਰ ਜਦੋਂ 11 ਮੈਂਬਰੀ ਕਮੇਟੀ ਦੀ ਮੀਟਿੰਗ ਚੱਲ ਰਹੀ ਸੀ, 11 ਮੈਂਬਰ ਬੈਠੇ ਸਨ, ਬਕਾਇਦਾ ਮਿੰਟ ਨੋਟ ਕੀਤੇ ਜਾ ਰਹੇ ਸਨ, SGPC ਦੇ ਜਿਹੜੇ ਸਕੱਤਰ ਵਗੈਰਾ ਬੈਠੇ ਸਨ ਮੌਕੇ ਤੇ ਜੀ। ਤਾਂ ਉਹ ਚੱਲਦੀ ਮੀਟਿੰਗ ਦੇ ਦੌਰਾਨ ਜਦੋਂ ਮੇਰੇ ਤੋਂ ਪਹਿਲਾਂ 5 ਜਿਸ ਤਰ੍ਹਾਂ ਬੈਠੇ ਸੀ ਉਸ ਤਰ੍ਹਾਂ ਵਾਰੀ ਆ ਰਹੀ ਸੀ ਆਪਣੇ ਸੁਝਾਅ ਦੇਣ ਦੀ, ਤਾਂ 5 ਬੁਲਾਰੇ ਪਹਿਲਾਂ ਬੋਲ ਚੁੱਕੇ ਸੀ ਮੈਂਬਰ, ਤੇ 6ਵੀਂ ਵਾਰੀ ਮੇਰੀ ਆਈ ਸੀਗੀ ਜੀ। ਜਦੋਂ ਮੈਂ ਆਪਣੇ ਵਿਚਾਰ ਦਿੱਤੇ ਸੀ, ਉਹਨਾਂ ਵਿਚਾਰਾਂ ਦੇ ਦੌਰਾਨ ਹੀ ਇਹ ਲੈਟਰ ਜਿਹੜਾ ਮੈਂ ਬਕਾਇਦਾ ਲਿਖ ਕੇ ਲੈ ਕੇ ਗਿਆ ਸੀਗਾ ਜੀ, ਉਹ ਵਿਚਾਰਾਂ ਦੇ ਦੌਰਾਨ ਚੱਲਦੀ ਮੀਟਿੰਗ, ਪਹਿਲੀ ਮੀਟਿੰਗ ਦੇ ਵਿੱਚ ਹੀ ਸਰਦਾਰ ਧਾਮੀ ਸਾਹਿਬ ਨੂੰ, ਜਿਹੜੇ ਸਾਡੇ ਕਮੇਟੀ ਹੈਡ ਨੇ 11 ਮੈਂਬਰੀ ਦੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜੀ, ਉਹਨਾਂ ਨੂੰ ਸਤਿਕਾਰ ਸਹਿਤ ਉਹ ਓਰੀਜਨਲ ਕਾਪੀ ਦਿੱਤੀ ਤੇ ਨਾਲ ਹੀ ਫੋਟੋ ਕਾਪੀ ਇੱਕ ਜਿਹੜੀ ਸੀ ਉਹ ਬਾਕੀ ਮੈਂਬਰਾਂ ਨੂੰ ਦਿੱਤੀ, ਇੱਥੋਂ ਤੱਕ ਕਿ ਜਿਨ੍ਹਾਂ ਦੇ ਖਿਲਾਫ, ਜਿਨ੍ਹਾਂ ਨੂੰ ਬਾਹਰ ਕਰਨ ਦਾ ਮੈਂ ਲਿਖਿਆ ਸੀਗਾ ਸਰਦਾਰ ਸੁਖਬੀਰ ਸਿੰਘ ਬਾਦਲ, ਇੱਕ ਕਾਪੀ ਉਹਨਾਂ ਨੂੰ ਵੀ ਦਿੱਤੀ ਜੀ। ਔਰ ਕੇਵਲ ਕਾਪੀਆਂ ਨਹੀਂ ਦਿੱਤੀ ਕਿਸੇ ਨੇ। ਤੁਸੀਂ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਦਸਤੀ ਫੜਾ ਦਿੱਤੀ ਕਾਪੀ ਉਦੋਂ? 2 ਪੇਜਾਂ ਦੀ ਸੀ।
ਮੈਂ ਮੇਰਾ ਸਵਾਲ ਜਥੇਦਾਰ ਜੀ ਇਹ ਹੈ ਕਿ ਤੁਸੀਂ ਕੀ ਦਸਤੀ ਫੜਾ ਦਿੱਤੀ ਸੀ ਸੁਖਬੀਰ ਸਿੰਘ ਬਾਦਲ ਨੂੰ? ਬਾਈ ਹੈਂਡ ਸਰਦਾਰ ਸੁਖਬੀਰ ਸਿੰਘ ਮੇਰੇ ਤੋਂ 2 ਛੱਡ ਕੇ, ਇੱਕ ਮੇਰੇ ਨਾਲ ਜੱਜ ਸਾਹਿਬ ਬੈਠੇ ਸੀ ਜਿਹੜੇ ਸੱਚਖੰਡ ਹਜ਼ੂਰ ਸਾਹਿਬ ਵੱਲੋਂ ਆਏ, ਤੇ ਨਾਲ ਬਾਬਾ ਹਰਨਾਮ ਸਿੰਘ ਬੈਠੇ ਸੀ, ਤੇ ਚੌਥੇ ਸਰਦਾਰ ਸੁਖਬੀਰ ਸਿੰਘ ਬਾਦਲ ਸੀ ਜੀ। ਤਾਂ ਮੈਂ ਉਹਨਾਂ ਨੂੰ ਬਾਈ ਹੈਂਡ ਹੀ ਫੜਾਈ ਸੀਗੀ, ਸਾਰੇ ਮੈਂਬਰਾਂ ਨੂੰ ਬਾਈ ਹੈਂਡ, ਧਾਮੀ ਸਾਹਿਬ ਨੂੰ ਤੇ ਬਾਕੀ ਮੈਂਬਰਾਂ ਨੂੰ। ਤੇ ਨਾਲ ਮੈਂ ਕਿਹਾ ਸੀ, ਕੇਵਲ ਫੜਾਈ ਨਹੀਂ ਜੀ, ਮੈਂ ਕਿਹਾ ਸੀਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਜੇਕਰ ਮੈਂ ਕੋਈ ਗੁਨਾਹ ਕੀਤਾ ਹੋਊਗਾ ਤਾਂ ਮੈਨੂੰ, ਪੰਥ ਨੂੰ, ਕੌਮ ਨੂੰ ਜਵਾਬ ਦੇਣਾ ਪਊਗਾ, ਮੀਡੀਆ ਦੇ ਜਵਾਬ ਵੀ ਸੁਣਨੇ ਪੈਣਗੇ। ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਜਿਹੜੇ ਤੁਹਾਡੇ ਰਾਜ ਦੇ ਦੌਰਾਨ ਬਰਗਾੜੀ ਕਾਂਡ, ਬਾਈਬਲ ਕਾਂਡ, ਗੋਲੀ ਕਾਂਡ, ਸੌਦਾ ਸਾਧ ਕਾਂਡ, ਨੂਰ ਮਹਿਲੀਆ, ਚੌੜ ਸਿੱਧਵਾਂ ਕਾਂਡ ਤੇ ਹੋਰ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਰਾਜ ਦੇ ਦੌਰਾਨ ਹੋਏ, ਇਹਦਾ ਜਵਾਬ ਤੁਹਾਨੂੰ ਦੇਣਾ ਪੈਣਾ। ਇਹਦਾ ਜਿਹੜਾ ਜਵਾਬ ਹੈ ਪੰਥ ਨੂੰ ਤੇ ਪੰਜਾਬ ਨੂੰ ਤੇ ਮੀਡੀਆ ਨੂੰ ਤੁਹਾਨੂੰ ਦੇਣਾ ਪੈਣਾ। ਇਹ ਮੀਟਿੰਗ ਦੇ ਦੌਰਾਨ ਮੈਂ ਕਿਹਾ ਸੀਗਾ ਜੀ, ਔਰ ਮੀਟਿੰਗ ਦੇ ਦੌਰਾਨ ਇਹ ਲੈਟਰ ਸਾਰਿਆਂ ਨੂੰ ਸਰਕੂਲੇਟ ਕਰ ਦਿੱਤਾ ਸੀ, 11 ਮੈਂਬਰਾਂ ਨੂੰ। ਉਸ ਤੋਂ ਬਾਅਦ ਮੀਡੀਆ ਨੂੰ ਕਰ ਦਿੱਤਾ ਸੀ ਬਾਈ ਮੇਰੇ ਫੋਨ ਦੇ ਉੱਤੋਂ, ਮੇਰੇ ਨਾਲ ਦੇ ਸਹਾਇਕ ਨੇ ਸਾਰਾ ਮੀਡੀਆ ਨੂੰ ਦੇ ਦਿੱਤਾ ਸੀ। ਸੋ ਇਹ ਕੋਈ ਬਾਹਰ ਆ ਕੇ ਜਾਂ ਇਹ 2 ਮੀਟਿੰਗਾਂ ਤੋਂ ਬਾਅਦ ਨਹੀਂ, ਇਹ ਜਿਹੜਾ ਰੋਸ ਸੀ ਸਾਡਾ, ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਥਾਏ ਜਾਂ ਜਿਹੜੇ ਮੇਰੇ ਸਵਾਲ ਸੀਗੇ ਉਹ ਮੌਕੇ ਤੇ ਸੀਗੇ, ਔਰ ਇਹ ਸਵਾਲ ਮੇਰੇ ਸੀਗੇ। ਇਹ ਲਿਖਤ ਮੈਂ ਲਿਖੀ ਸੀ, ਕਿਉਂਕਿ ਮੈਂ ਇੱਕ ਦਿਨ ਪਹਿਲਾਂ ਜਲੰਧਰ ਗਿਆ ਹੋਇਆ ਸੀਗਾ, ਨਕੋਦਰ ਇੱਕ ਸੋਗ ਸਮਾਗਮ ਤੇ, ਉੱਥੋਂ ਰਾਤ 9:30 ਵਜੇ ਪਰਤਿਆ। 10 ਵਜੇ ਆ ਕੇ ਮੈਂ ਇਹ ਲੈਟਰ ਜਿਹੜਾ ਸੀਗਾ ਲਿਖਿਆ ਸੀਗਾ। ਰਾਤ ਦੇ 2:30 ਵਜੇ ਮੈਂ ਆਰਾਮ ਕੀਤਾ, ਸੁਬਾਹ 5 ਵਜੇ ਉੱਠਿਆ ਤੇ 6 ਵਜੇ ਮੈਂ ਆਪਣੇ ਜਿਹੜਾ ਸਹਾਇਕ ਸੀ ਉਹਨੂੰ ਦਿੱਤਾ ਕਿ ਇਹਨੂੰ ਤੂੰ ਪ੍ਰਿੰਟ ਕਰਕੇ ਲੈ ਕੇ ਆ, ਤੇ ਉਹਨੇ ਲੈਟਰ ਹੈਡ ਤੇ ਪ੍ਰਿੰਟ ਕਰਕੇ ਲਿਆਂਦਾ, ਫਿਰ ਮੋਹਰ ਲਾ ਕੇ ਸਾਈਨ ਕਰਕੇ ਬਕਾਇਦਾ ਇਨਵੈਲਪ ਚ ਪਾ ਕੇ ਮੈਂ ਨਾਲ ਲੈ ਕੇ ਗਿਆ ਸੀਗਾ ਇਹ ਲੈਟਰ। ਚਲੋ ਜਥੇਦਾਰ ਜੀ, ਮੈਂ ਇੱਕ ਸਵਾਲ ਸਿੰਘ ਸਾਹਿਬ, ਇੱਕ ਸਵਾਲ ਬੜਾ ਜ਼ਰੂਰੀ, ਮੈਂ ਇੱਕ ਸਵਾਲ, ਤੁਹਾਡੀ ਜਸਟੀਫਿਕੇਸ਼ਨ ਆ ਗਈ ਹੈ, ਚਲੋ ਮੈਂ ਆਪਣੀ ਮੀਡੀਆ ਦੀ ਲੈਂਗੁਏਜ ਚ ਕਹਾਂ ਕਿ ਤੁਸੀਂ ਲੈਟਰ ਬੰਬ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਦੇ ਹੱਥ 'ਚ ਹੀ ਫੜਾ ਦਿੱਤਾ ਸੀ, ਉੱਥੇ ਹੀ ਜਿਹੜਾ ਮੀਟਿੰਗ 'ਚ ਸੁੱਟ ਦਿੱਤਾ ਸੀ। ਚਲੋ ਇਹ ਗੱਲ ਸਪਸ਼ਟ ਹੋ ਗਈ ਹੈ, ਪਰ ਇੱਕ ਸਵਾਲ ਬੜਾ ਜੀ ਜ਼ਰੂਰੀ ਹੈ। ਠੀਕ ਹੈ, ਤੁਸੀਂ ਬੜੀਆਂ ਦਰੁਸਤ ਗੱਲਾਂ ਕਹੀਆਂ ਨੇ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਦੌਰਾਨ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਬਾਈਬਲ ਕਲਾਂ ਗੋਲੀ ਕਾਂਡ ਹੁੰਦਾ ਹੈ ਤੇ ਸਿੱਖ ਮਾਰੇ ਜਾਂਦੇ ਨੇ, ਜਾਂ ਹੋਰ ਸੌਦਾ ਸਾਧ ਨੂੰ ਮਾਫੀ ਦਿੱਤੀ ਜਾਂਦੀ ਹੈ, ਉਹਦੀ ਫਿਲਮ ਰਿਲੀਜ਼ ਕੀਤੀ ਜਾਂਦੀ ਹੈ। ਸਾਰੀਆਂ ਗੱਲਾਂ ਦਰੁਸਤ ਨੇ ਤੁਹਾਡੀਆਂ, ਉਸ ਸਰਕਾਰ 'ਚ ਹੋਈਆਂ ਨੇ। ਪਰ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਜਿਹੜਾ ਹੈ ਉਸ ਨੂੰ ਪੰਥ ਇਕੱਠਾ ਹੋ ਕੇ ਉਹਨੂੰ ਨਿਬੇੜਨਾ ਚਾਹੁੰਦਾ ਹੈ। ਮਤਲਬ ਤੁਹਾਨੂੰ ਲੱਗਦਾ ਨਹੀਂ ਕਿ ਇਹ ਗਲਤ ਜਾਂ ਇਹ ਉਹ ਪਾਸਾ ਨਹੀਂ ਜਿਸ ਪਾਸੇ ਇਹ ਗੱਲ ਜੋੜਨੀ ਚਾਹੀਦੀ ਹੈ? ਜੇ ਹੁਣ ਇਕੱਠੇ ਹੋ ਕੇ ਕਿਸੇ ਤਰੀਕੇ, ਜਿਹੜੇ ਸਿੰਘ 25 ਸਾਲਾਂ ਤੋਂ 30 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਨੇ, ਆਪਣੀ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ, ਤਾਂ ਉੱਥੇ ਜੇ ਸੁਖਬੀਰ ਸਿੰਘ ਬਾਦਲ ਵੀ ਨਾਲ ਆ ਜਾਂਦੇ ਨੇ, ਆਫਟਰ ਆਲ ਡਿਪਟੀ CM ਰਹੇ ਨੇ ਪੰਜਾਬ ਦੇ, ਕੇਂਦਰ 'ਚ ਮੰਤਰੀ ਰਹੇ ਨੇ ਉਹ ਵਾਜਪਾਈ ਸਰਕਾਰ ਦੇ ਵਿੱਚ, ਤਾਂ ਕੋਈ ਮੇਰੇ ਖਿਆਲ 'ਚ ਨੁਕਸਾਨ ਨਹੀਂ ਹੋਣਾ ਚਾਹੀਦਾ ਸੀ। ਬਾਕੀ ਤੁਹਾਡੀ ਸੋਚ ਹੈ, ਤੁਸੀਂ ਆਪਣਾ ਜਵਾਬ ਦੇ ਸਕਦੇ ਹੋ। ਨੀਲ ਭਲਿੰਦਰ ਸਿੰਘ ਜੀ, ਮੈਂ ਇਹਦੇ ਤੇ ਇਹ ਕਹਿਣਾ ਚਾਹੁੰਦਾ ਕਿ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਬਹੁਤ ਵੱਡਾ, ਕੌਮ 'ਚ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ। ਅਸੀਂ ਸਮੇਂ-ਸਮੇਂ ਸੰਘਰਸ਼ ਕੀਤਾ। ਗੁਰਦੁਆਰਾ ਅੰਬ ਸਾਹਿਬ ਭਾਈ ਗੁਰਬਖਸ਼ ਸਿੰਘ ਨੇ ਮੋਰਚਾ ਲਾਇਆ ਜੀ, ਬਾਪੂ ਸੂਰਜ ਸਿੰਘ ਨੇ ਲਾਇਆ, ਬਰਗਾੜੀ ਦਾ ਇਨਸਾਫ ਮੋਰਚਾ ਚੱਲਿਆ 6.5 ਮਹੀਨੇ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਚੱਲਦੀ, ਹੋਰ ਜਥੇਬੰਦੀਆਂ ਆਪਣੇ ਤੌਰ ਤੇ ਸਾਰੀਆਂ ਵਰਕ ਕਰ ਰਹੀਆਂ। ਸਮੇਂ-ਸਮੇਂ ਪ੍ਰਧਾਨ ਮੰਤਰੀ ਨੂੰ, ਗ੍ਰਹਿ ਮੰਤਰੀ ਨੂੰ, ਹੋਰਾਂ ਨੂੰ ਵੀ ਜਿਹੜੇ ਰਾਜ ਕਰਦੇ ਉਹਨਾਂ ਨੂੰ ਜਥੇਬੰਦੀਆਂ ਦੇ ਵਫਦ ਮਿਲਦੇ ਰਹੇ ਆ। ਅਸੀਂ ਬਹੁਤ ਸਾਰੀਆਂ ਪੈਰੋਲਾਂ ਵੀ ਕਰਾ ਲਈਆਂ ਸਿੰਘਾਂ ਦੀਆਂ ਤੇ ਬਹੁਤ ਸਾਰੀਆਂ ਰਿਹਾਈਆਂ ਵੀ ਹੋਈਆਂ, ਪਰ ਬਹੁਤ ਅਜੇ ਲਟਕੀਆਂ ਪਈਆਂ ਨੇ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਦੇਖੋ, ਬਹੁਤ ਸਤਿਕਾਰਯੋਗ ਹਸਤੀਆਂ ਨੇ ਇਸ ਕਮੇਟੀ ਦੇ ਅੰਦਰ। ਇਹ ਜਿਹੜੀ ਕਮੇਟੀ 11 ਮੈਂਬਰੀ ਬਣੀ ਆ, ਬੜੇ ਸਤਿਕਾਰਯੋਗ ਇਹਦੇ ਚ ਆਗੂ ਨੇ, ਜਿਹੜੇ ਜਿਨ੍ਹਾਂ ਤੇ ਕੋਈ ਇਸ ਤਰ੍ਹਾਂ ਦਾ ਦਾਗ ਨਹੀਂ ਆ, ਪਰ ਜਿਨ੍ਹਾਂ ਨੇ ਰਾਜ ਕੀਤਾ ਤੇ ਰਾਜ ਦੇ ਦੌਰਾਨ ਉਹਨਾਂ ਨੇ ਬੰਦੀਆਂ ਨੂੰ ਸਗੋਂ ਰਿਹਾ ਕਰਾਉਣ ਦੀ ਜਗ੍ਹਾ ਹੋਰਾਂ ਨੂੰ ਬੰਦੀ ਬਣਾਇਆ ਜੀ। ਠੀਕ ਹੈ ਨਾ, ਮੇਰੀ ਗੱਲ ਧਿਆਨ ਨਾਲ ਸੁਣਿਓ। ਬਾਪੂ ਸੂਰਤ ਸਿੰਘ ਨੇ ਕੋਈ ਕ੍ਰਾਈਮ ਨਹੀਂ ਕੀਤਾ। ਬਾਪੂ ਸੂਰਤ ਸਿੰਘ ਖਾਲਸਾ ਨੇ ਕਿਹਾ ਸੀ ਬੰਦੀ ਰਿਹਾ ਕਰੋ ਜੀ। ਪ੍ਰਕਾਸ਼ ਸਿੰਘ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਬਤੌਰ ਮੁੱਖ ਮੰਤਰੀ, ਸਰਦਾਰ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ, ਪੰਥ ਦੇ ਨਾਲ ਖੜੋ ਤੇ ਆਵਾਜ਼ ਬੁਲੰਦ ਕਰੋ, ਕੇਂਦਰ 'ਚ ਤੁਹਾਡੀ ਭਾਈਵਾਲ ਸਰਕਾਰ ਆ ਜੀ, ਤੇ ਬੰਦੀਆਂ ਨੂੰ ਰਿਹਾ ਕਰੋ। ਤੇ ਇਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਾਪੂ ਸੂਰਜ ਸਿੰਘ ਨੂੰ ਬੰਦੀ ਬਣਾਤਾ, ਚੱਕ ਕੇ DMC ਹਸਪੀਟਲ 'ਚ ਸਿੱਟਤਾ ਤੇ ਬਾਹਰ ਫੋਰਸ ਲਾਤੀ ਤੇ DMC ਹਸਪੀਟਲ ਨੂੰ ਜੇਲ੍ਹ ਬਣਾਤਾ ਤੇ 7 ਸਾਲ ਹੋ ਗਏ ਆ ਨੀਲ ਭਲਿੰਦਰ ਜੀ। ਬਾਪੂ ਸੂਰਜ ਸਿੰਘ DMC ਹਸਪੀਟਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ ਜੀ।
ਇਹਨਾਂ ਨੇ ਤਾਂ ਬੰਦੀ ਬਣਾਇਆ, ਅਸੀਂ ਬੇਅਦਬੀ ਦਾ ਇਨਸਾਫ ਮੰਗਿਆ, ਇਹਨਾਂ ਨੇ ਗੋਲੀਆਂ ਮਾਰੀਆਂ, 2 ਸਿੰਘ ਸ਼ਹੀਦ ਕਰ ਦਿੱਤੇ ਬਾਈਬਲ ਚ, ਤੇ ਅਸੀਂ ਫਾਂਸੀ ਰੱਦ ਕਰਾਉਣ ਦਾ ਸੰਘਰਸ਼ ਆਰੰਭਿਆ ਭਾਈ ਰਾਜੋਆਣਾ ਦਾ, ਤੇ ਇਹਨਾਂ ਨੇ ਗੋਲੀਆਂ ਮਾਰ ਕੇ ਇੱਕ ਨੌਜਵਾਨ ਮਾਂ ਬਾਪ ਦਾ ਇਕਲੌਤਾ ਪੁੱਤ ਜਸਪਾਲ ਸਿੰਘ ਚੌੜ ਸਿੱਧਵਾਂ ਸ਼ਹੀਦ ਕਰਤਾ, ਜਿਹਦੇ ਬਾਪ ਨੇ, ਜਿਹਦੇ ਦਾਦੇ ਨੇ ਭਾਰਤ ਦੇਸ਼ ਦੀ ਫੌਜ ਵਿੱਚ ਰਹਿ ਕੇ ਸਰਹੱਦਾਂ ਤੇ ਸੇਵਾ ਕੀਤੀ। ਇਹਨਾਂ ਨੇ ਹੁਣ ਤੁਸੀਂ ਅਗਾਂਹ ਚੱਲੋ, ਸਿੱਖ ਨੌਜਵਾਨਾਂ ਦਾ ਕਤਲ ਕਰਨ ਵਾਲੇ ਤੇ ਬੰਦੀ ਬਣਾਉਣ ਵਾਲੇ ਸਮੇਧ ਸੈਣੀ ਨੂੰ ਇਹਨਾਂ ਨੇ ਡੀਜੀਪੀ ਲਾਤਾ। ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਣ ਵਾਲੇ ਜ਼ਰਾ ਆਲਮ ਨੂੰ ਇਹਨਾਂ ਨੇ ਜਿਹੜਾ ਸੀਗਾ ਅਕਾਲੀ ਦਲ ਚ ਸਮੂਲੀਅਤ ਕਰ ਲਈ। ਹੁਣ ਤੁਸੀਂ ਕਹੋ ਕਿ ਜਿਨ੍ਹਾਂ ਨੇ ਬੰਦੀ ਬਣਾਇਆ, ਮੈਂ ਧਰਮ ਦੀ ਲੜਾਈ ਲੜੀ, ਸੌਦੇ ਸਾਧ ਦੇ ਖਿਲਾਫ, ਇਹਨਾਂ ਨੇ ਮੈਨੂੰ ਬੰਦੀ ਬਣਾ ਦਿੰਦੇ, ਕਿੰਨੇ ਮੁਕੱਦਮੇ ਪਾਏ, ਜੇਲ੍ਹਾਂ ਚ ਡੱਕਿਆ, ਮੇਰੇ ਬੱਚਿਆਂ ਦੇ ਕੱਪੜੇ, ਮੇਰੇ ਜੁੱਤੀਆਂ ਜੋੜੇ ਟਰੰਕਾਂ ਚ ਪਾ ਕੇ ਥਾਣਿਆਂ ਚ ਲੈ ਜਾਂਦੇ, ਮੈਨੂੰ ਥਾਣਿਆਂ ਚ ਸੀਏ ਸਟਾਪਾਂ ਚ ਮੈਨੂੰ ਰੋਲਿਆ, ਇਹਨਾਂ ਨੇ ਜੇਲ੍ਹਾਂ ਚ ਰੋਲਿਆ, ਕਿੰਨੇ ਹੋਰ ਸਿੱਖ, ਮੈਂ ਆਪਣੀ ਗੱਲ ਪਾਸੇ ਵੀ ਰੱਖਦੇ ਹਾਂ। ਤਾਂ ਜਿਹੜੇ ਇਹਨਾਂ ਨੇ ਬੰਦੀ ਬਣਾਏ, ਇਹਨਾਂ ਦੇ ਰਾਜ ਚ ਕਤਲ ਹੋਏ, ਜਵਾਬ ਕੌਣ ਦਊ? ਹੁਣ ਕੱਲ ਨੂੰ ਤੁਸੀਂ ਕਹੋਗੇ ਵੀ ਸਿੰਘਾਂ ਨੂੰ ਮੱਸੇ ਰੰਗੜ ਨੂੰ ਵੀ ਨਾਲ ਬਿਠਾ ਲੈਣਾ ਚਾਹੀਦਾ ਸੀਗਾ ਬੰਦੀ ਸਿੰਘਾਂ ਦੀ ਰਿਹਾਈ ਲਈ, ਤਾਂ KPS ਗਿੱਲ ਨੂੰ ਵੀ ਨਾਲ ਬਿਠਾ ਲਓ, ਬੇਅੰਤ ਸਿੰਘ ਮੁੱਖ ਮੰਤਰੀ ਨੂੰ ਵੀ ਨਾਲ ਬਿਠਾ ਲੈਂਦੇ ਉਸ ਵੇਲੇ। ਸੋ ਇੱਕ ਗੱਲ ਕਹਿਣੀ ਪਊਗੀ ਨੀਲ ਭਲਿੰਦਰ ਜੀ, ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੱਡਾ ਵਾ, ਕੌਮ ਲੜ ਰਹੀ ਆ, ਲੜਨਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਮੌਰ ਸੰਸਥਾ ਅਸੀਂ ਪੂਰਾ ਸਹਿਯੋਗ ਕਰਦੇ ਹਾਂ, ਪਰ ਸਾਡਾ ਰੋਸ ਆ ਕਿ ਜਦੋਂ ਇਹ ਰਾਜ ਤੇ ਸੀਗੇ ਉਦੋਂ ਇਹਨਾਂ ਨੇ ਉਹਨਾਂ ਨੂੰ ਰਿਹਾ ਕਿਉਂ ਨਹੀਂ ਕਰਵਾਇਆ? ਉਦੋਂ ਇਹਨਾਂ ਨੇ ਸਾਨੂੰ ਬੰਦੀ ਕਿਉਂ ਬਣਾਇਆ ਸਾਡੇ ਸਿੰਘਾਂ ਨੂੰ? ਉਦੋਂ ਇਹਨਾਂ ਨੇ ਗੋਲੀਆਂ ਕਿਉਂ ਮਾਰੀਆਂ? ਇਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਛਤਰ ਛਾਇਆ ਕਿਉਂ ਦਿੱਤੀ? ਇਹਨਾਂ ਸੌਦਾ ਸਾਧ ਨੂੰ ਮਾਫੀਨਾਮਾ ਕਿਉਂ ਦਿੱਤਾ? ਉਹਦਾ ਭਾਵਨਾਵਾਂ, ਸਿੱਖ ਭਾਵਨਾਵਾਂ ਭੜਕਾਉਣ ਪਰਚਾ ਇਹਨਾਂ ਨੇ ਬਠਿੰਡੇ ਰੱਦ ਕਿਉਂ ਕਰਵਾਇਆ? ਇਹ ਜਵਾਬ ਦੇ ਆ। ਔਰ ਮੈਂ ਇਹੀ ਕਿਹਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਇਹਦਾ ਜਵਾਬ ਤੁਹਾਨੂੰ ਦੇਣਾ ਪਊਗਾ, ਤੇ ਸਰਦਾਰ ਧਾਮੀ ਸਾਹਿਬ ਨੂੰ ਕਿਹਾ ਜੀ। ਸਿੰਘ ਸਾਹਿਬ ਇੱਕ ਸਵਾਲ ਬੜਾ ਇੰਪੋਰਟੈਂਟ, ਸਿੰਘ ਸਾਹਿਬ ਇੱਕ ਸਵਾਲ ਬੜਾ ਇੰਪੋਰਟੈਂਟ ਹੈ। ਸਿੰਘ ਸਾਹਿਬ ਰਹਿ ਨਾ ਜਾਵੇ, ਮੇਰੀ ਰਿਕੁਐਸਟ ਹੈ ਤੁਹਾਨੂੰ। ਸਿੰਘ ਸਾਹਿਬ ਮੇਰੀ ਰਿਕੁਐਸਟ, ਇੱਕ ਸਵਾਲ ਬੜਾ ਜ਼ਰੂਰੀ ਹੈ, ਮੈਂ ਲਗਭਗ ਆਖਰੀ ਸਵਾਲ ਹੀ ਲੈ ਰਿਹਾ ਇਹ, ਪਰ ਇਹ ਸਵਾਲ ਬਹੁਤ ਇੰਪੋਰਟੈਂਟ ਹੈ। ਆਪਾਂ ਫੋਕਸ ਦੁਬਾਰਾ ਬੰਦੀ ਸਿੰਘਾਂ ਦੀ ਰਿਹਾਈ ਤੇ ਲੈ ਕੇ ਆਉਂਦੇ ਹਾਂ, ਜਿੱਥੋਂ ਗੱਲ ਸ਼ੁਰੂ ਹੋਈ ਹੈ। ਇਹ ਤੁਸੀਂ ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹੋ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਤੁਸੀਂ ਬਿਲਕੁਲ ਉਸੇ ਪੋਜੀਸ਼ਨ 'ਚੋਂ, ਭਾਵੇਂ ਕੱਦ ਬੂਤ, ਭਾਵੇਂ ਅਧਿਕਾਰ ਖੇਤਰ ਕਹਿ ਲਓ, ਕਮੇਟੀਆਂ ਦੇ ਵੱਖੋ ਵੱਖਰੇ ਹੋ ਸਕਦੇ ਨੇ, ਦੋਵੇਂ ਕੌਨਸਟੀਟਿਊਸ਼ਨਲ ਨੇ, ਹਾਲੇ ਤੁਹਾਡਾ ਮਾਮਲਾ ਸੁਪਰੀਮ ਕੋਰਟ 'ਚ ਵਿਚਾਰਧੀਨ ਹੈ, ਪਰ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵੱਲੋਂ ਜੋ ਚਿੱਠੀ ਲਿਖੀ ਹੈ ਐਡਵੋਕੇਟ ਧਾਮੀ ਉਹਨਾਂ ਨੂੰ, ਪ੍ਰਧਾਨ ਸਾਹਿਬ ਨੂੰ, ਕੀ ਲੱਗਦਾ ਹੈ ਕਿ, ਮੈਂ ਜੇ ਸਿੱਧੇ ਸ਼ਬਦਾਂ 'ਚ ਕਹਾਂ, ਕਿ ਉਹਨਾਂ 'ਚ ਇੰਨਾ ਦਮ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕੱਢ ਸਕਦੇ ਨੇ ਕਮੇਟੀ 'ਚੋਂ? ਇੱਕ ਸਵਾਲ, ਜੇਕਰ ਇਹ ਨਹੀਂ ਹੁੰਦਾ, ਜੇ ਤੁਹਾਡੇ ਪੱਤਰ ਦੇ ਉੱਤੇ ਕਾਰਵਾਈ ਨਹੀਂ ਹੁੰਦੀ, ਤਾਂ ਤੁਸੀਂ ਤੁਹਾਡੀ ਜਿਹੜੀ ਹੁਣ ਸਹਿਮਤੀ ਤੇ ਸ਼ਮੂਲੀਅਤ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਕੋਸ਼ਿਸ਼ਾਂ ਚੱਲ ਰਹੀਆਂ ਨੇ, ਕਮੇਟੀ ਹੈ, ਕਮੇਟੀ ਤੋਂ ਬਾਹਰ ਆ ਅੰਦਰ, ਉਹ ਕਿਸ ਤਰ੍ਹਾਂ ਦੀ ਭੂਮਿਕਾ ਰਹੇਗੀ ਇੱਕ ਵੱਡੀ ਸਿੱਖ ਬੋਡੀ ਦੇ ਹੈੱਡ ਹੋਣ ਦੇ ਨਾਤੇ? ਦੋਵੇਂ ਸਵਾਲ ਮੇਰੇ ਇਕੱਠੇ ਵੀ ਨੇ ਤੇ ਦੋਵੇਂ ਮਹੱਤਵਪੂਰਨ ਨੇ। ਦੋਨੋਂ ਨੀਲ ਭਲਿੰਦਰ ਜੀ, ਪਹਿਲਾਂ ਤੇ ਇਹ ਆ ਜੀ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਇੱਕ ਵਿਧਾਇਕ ਸ਼ਖਸੀਅਤ ਨੇ, ਮੈਂ ਬੜੇ ਲੰਬੇ ਸਮੇਂ ਤੋਂ ਉਹਨਾਂ ਨੂੰ ਜਾਣਦਾ ਨੇ, ਬੜੇ ਪੜ੍ਹੇ ਲਿਖੇ ਆ, ਵਿਧਾਇਕ ਸ਼ਖਸੀਅਤ ਆ, ਤੇ ਅਸੀਂ ਉਹਨਾਂ ਤੋਂ ਆਸ ਕਰਦੇ ਹਾਂ ਕਿ ਉਹ ਇਸ ਪੱਤਰ ਤੇ ਕਾਰਵਾਈ ਕਰਨਗੇ। ਠੀਕ ਹੈ, ਪੰਥ ਨੂੰ ਇਹ ਜਿਹੜਾ ਹੈਗਾ ਵਾ ਉਹ ਜਵਾਬ ਦੇਣਗੇ ਕੌਮ ਨੂੰ। ਇਹ ਭਾਵੇਂ ਲਿਖਤ ਮੇਰੀ ਆ, ਲੈਟਰ ਮੇਰਾ ਵਾ, ਸਵਾਲ ਮੇਰਾ, ਪਰ ਇਹ ਖਦਸ਼ਾ ਸਾਰੀ ਕੌਮ ਦਾ ਵਾ। ਸਾਰੀ ਕੌਮ ਸੋਚ ਰਹੀ ਕਿ ਕਿਤੇ ਮੁੜ ਬਾਦਲ ਪਰਿਵਾਰ ਨੂੰ ਸਰਵਾਈਵ ਕਰਨ ਲਈ ਜਾਂ ਆਕਸੀਜਨ ਦੇਣ ਲਈ ਤਾਂ ਨਹੀਂ ਇਹਦੇ ਵਿੱਚ ਅਹਿਮੀਅਤ ਦਿੱਤੀ ਜਾ ਰਹੀ, ਤੇ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ ਜੀ। ਅਸੀਂ ਜਿਹੜਾ ਹੈਗਾ, ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਨੇ, ਬਾਦਲ ਪਰਿਵਾਰ ਨੇ ਜੋ ਪੰਥ ਨਾਲ ਗਦਾਰੀਆਂ ਕੀਤੀਆਂ, ਧੱਕੇਸ਼ਾਹੀਆਂ ਕੀਤੀਆਂ, ਦੀ ਦਾਸਤਾਨ ਬੜੀ ਲੰਬੀ ਆ ਜੀ। ਕੌਮ ਨੇ, ਪੰਥ ਨੇ ਜਿੰਨਾ ਵਿਰੋਧੀਆਂ ਦੇ ਕੋਲੋਂ ਨੁਕਸਾਨ ਝੱਲਿਆ, ਉਦੋਂ ਕਿਤੇ ਵੱਧ ਇਹਨਾਂ ਨੇ ਸਾਡੇ ਅਸੂਲਾਂ ਤੇ ਸਿਧਾਂਤਾਂ ਨੂੰ ਢਾਇਆ ਵਾ। ਇਹਨਾਂ ਨੇ ਸਾਡੀ ਜਿਹੜੀ ਸਿੱਖੀ ਸਪਿਰਿਟ ਨੂੰ ਖਤਮ ਕਰਨ ਦਾ ਕੰਮ ਕੀਤਾ ਵਾ। ਪਹਿਲੀ ਗੱਲ ਤਾਂ ਇਹ ਹੈ ਕਿ ਸਰਦਾਰ ਧਾਮੀ ਸਾਹਿਬ ਨੂੰ ਮੈਂ ਸਪੈਸ਼ਲ ਉਦੋਂ ਬਾਅਦ, ਮੀਟਿੰਗ ਤੋਂ ਬਾਅਦ ਦਰਬਾਰ ਸਾਹਿਬ ਦਰਸ਼ਨ ਕਰਕੇ ਉਸ ਤੋਂ ਬਾਅਦ ਵੀ ਮਿਲ ਕੇ ਮੈਂ ਇਹ ਗੱਲ ਕਹੀ ਆ। ਮੈਂ ਕਿਹਾ ਪ੍ਰਧਾਨ ਸਾਹਿਬ, ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ, ਹੁਣ ਗੇਂਦ ਤੁਹਾਡੇ ਪਾਲੇ 'ਚ ਆ, ਤੁਸੀਂ ਕਰਨਾ ਨਹੀਂ ਕਰਨਾ ਇਹ ਤੁਹਾਡੀ ਮਰਜ਼ੀ ਆ। ਔਰ ਮੈਂ ਨਾਲੇ ਵੀ ਕਿਹਾ ਕਿ ਮੈਨੂੰ ਇਹ ਵੀ ਪਤਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਹੁਮਤ ਆ, ਤੁਹਾਨੂੰ ਵੀ ਪ੍ਰਧਾਨ ਉਹਨਾਂ ਨੇ ਬਣਾਇਆ, ਐਗਜ਼ੈਕਟਿਵ ਵੀ ਉਹ ਬਣਾਉਂਦੇ ਆ, ਉਹ ਜਥੇਦਾਰਾਂ ਨੂੰ ਘਰੇ ਸੱਦ ਕੇ ਮਾਫੀਨਾਮੇ ਵੀ ਜਾਰੀ ਕਰਵਾ ਦਿੰਦੇ ਆ, ਰਾਤ ਨੂੰ ਜਥੇਦਾਰ ਸੌਂਦਾ ਵਾ, ਸਵੇਰ ਨੂੰ ਸਾਬਕਾ ਕਰ ਦਿੰਦੇ ਆ।
ਜੀ ਤੇ ਇੱਕ ਜਥੇਦਾਰ ਨੂੰ ਤਾਂ ਵਿਚਾਰੇ ਨੂੰ ਬਾਥਰੂਮ 'ਚੋਂ ਦਾਤਣ ਕਰਦੇ ਨੂੰ ਉਹਨਾਂ ਨੇ ਜਿਹੜਾ ਸੀ ਅਸਤੀਫਾ ਕਹਿੰਦੇ ਅਸਤੀਫਾ ਪਹਿਲਾਂ ਲਿਖ ਦਿਓ, ਦਾਤਣ ਬਾਅਦ 'ਚ ਕਰ ਲਿਓ। ਹੂੰ ਤੇ ਇੰਨੇ ਪਾਵਰਫੁਲ ਆ, ਮੈਨੂੰ ਪਤਾ ਇਸ ਗੱਲ ਦਾ, ਪਰ ਇਸ ਦੇ ਬਾਵਜੂਦ ਅਸੀਂ ਆਸ ਰੱਖਦੇ। ਪਰ ਨਾਲ ਹੀ ਇੱਕ ਗੱਲ ਮੈਂ ਕਹਿ ਕੇ ਆਇਆ ਕਿ ਪ੍ਰਧਾਨ ਸਾਹਿਬ ਮੈਨੂੰ ਕੋਈ ਇਤਰਾਜ਼ ਨਹੀਂ ਹੋਊਗਾ ਜੇ ਤੁਹਾਡੇ ਤੇ ਦਬਾਅ ਪੈਂਦਾ ਵਾ। ਤੁਹਾਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਦਾਦੂਵਾਲ ਨੂੰ ਮੈਂ ਬਾਹਰ ਕਰ ਦਿਓ, ਤੇ ਮੈਂ ਕਿਹਾ ਮੈਨੂੰ ਕੋਈ ਇਤਰਾਜ਼ ਨਹੀਂ ਹੋਊਗਾ ਜੇ ਤੁਸੀਂ ਉਹਨਾਂ ਨੂੰ ਨਹੀਂ ਕਰ ਸਕੋਗੇ, ਮੈਨੂੰ ਕਰ ਦਿਓ ਭਾਵੇਂ। ਜੀ ਜੇ ਤੁਸੀਂ ਮੈਨੂੰ ਬਾਹਰ ਕਰ ਦੋਗੇ ਇਸ ਕਮੇਟੀ ਤੋਂ, ਮੈਨੂੰ ਕੋਈ ਇਤਰਾਜ਼ ਨਹੀਂ ਹੋਊ। ਪਰ ਮੈਂ ਜਿਹੜਾ ਸੱਚ ਆ ਉਹ ਤੁਹਾਡੇ ਸਾਹਮਣੇ ਰੱਖਿਆ ਤੇ ਓੜਕ ਸੱਚ ਰਹੀ। ਗੁਰਬਾਣੀ ਦੇ ਬਚਨ ਆ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਇਹ ਸੱਚੀਆਂ ਗੱਲਾਂ ਨੇ, ਇਹਨਾਂ ਦਾ ਜਵਾਬ ਦੇਣਾ ਪਊਗਾ। ਤੇ ਨਾਲ ਹੀ ਮੈਂ ਇੱਕ ਹੋਰ ਬੇਨਤੀ ਕਰਦਿਆਂ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੱਡਾ ਵਾ, ਉਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੇ ਮੈਂ ਕਮੇਟੀ 'ਚ ਰਹੂੰਗਾ ਤਾਂ ਕਮੇਟੀ 'ਚ ਰਹਿ ਕੇ ਵੀ ਇਸ ਵੱਡੇ ਮੁੱਦੇ ਲਈ ਸਾਥ ਦਊਂਗਾ। ਜੇਕਰ ਮੈਨੂੰ ਬਾਹਰ ਕਰ ਦੇਣਗੇ ਤਾਂ ਮੈਂ ਤਾਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਵਿੱਚ, ਸ਼੍ਰੋਮਣੀ ਪੰਥ ਦੀ ਸਰਮੌਰ ਸੰਸਥਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਇਹ ਵੱਡਾ ਕਾਜ ਉਹਨਾਂ ਨੇ ਆਰੰਭਿਆ ਵਾ। ਮਨਸ਼ਾ ਕੁਛ ਹੋਵੇ ਬਾਦਲ ਪਰਿਵਾਰ ਦੀ, ਪਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਸੱਦੇ ਤੇ ਗਏ ਸੀ, ਉਹਦੇ 'ਚ ਸਮੂਲੀਅਤ ਕੀਤੀ ਤੇ ਉਹਨਾਂ ਨੇ ਕਮੇਟੀ 'ਚ ਮੈਨੂੰ ਪਾਇਆ ਜੀ। ਤੇ ਅਸੀਂ ਉਹਨਾਂ ਦਾ ਸਹਿਯੋਗ, ਜੇ ਉਹ ਬਾਹਰ ਵੀ ਕਰ ਦੇਣਗੇ, ਬਾਹਰ ਰਹਿ ਕੇ ਵੀ ਸਹਿਯੋਗ ਇਸ ਮੁੱਦੇ ਲਈ ਕਰਾਂਗੇ। ਕਿਉਂਕਿ ਅਸੀਂ ਪੰਥ ਦੇ ਹਰ ਮੁੱਦੇ ਤੇ ਲੜਾਈ ਲੜੀ ਤੇ ਬੰਦੀਆਂ ਵਾਸਤੇ ਅਸੀਂ ਬਹੁਤ ਲੜਾਈ ਲੜੀ ਤੇ ਬੰਦੀਆਂ ਦੀ ਫਾਂਸੀ ਰੱਦ ਕਰਾਉਣ ਲਈ ਸਾਨੂੰ ਜੇਲ੍ਹਾਂ, ਮੈਂ ਕਪੂਰਥਲੇ ਦੀ ਜੇਲ੍ਹ ਕੱਟੀ ਹੈ ਜਦੋਂ ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਾਉਣ ਵਾਸਤੇ ਅਸੀਂ ਸੰਘਰਸ਼ ਕਰ ਰਹੇ ਤੇ ਇਹਨਾਂ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਨੂੰ ਫੜ ਕੇ ਕਿਸੇ ਨੂੰ ਲੁਧਿਆਣਾ ਜੇਲ੍ਹ, ਕਿਸੇ ਨੂੰ ਅੰਮ੍ਰਿਤਸਰ ਜੇਲ੍ਹ ਤੇ ਮੈਨੂੰ ਕਪੂਰਥਲਾ ਜੇਲ੍ਹ ਵਿੱਚ ਬੰਦ ਕੀਤਾ ਸੀਗਾ। ਸੋ ਇਸ ਕਾਰਨ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਮੁੱਦਾ ਪੰਥ ਦਾ ਵੱਡਾ ਵਾ, ਉਹਦੇ ਤੇ ਪੂਰਾ ਐਸਜੀਪੀਸੀ ਦਾ ਸਹਿਯੋਗ ਕਰਾਂਗੇ। ਪਰ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਵਾਲ ਸਾਡੇ ਅੱਜ ਵੀ ਖੜੇ ਆ, ਉਹਨਾਂ ਦਾ ਜਵਾਬ ਦੇਣਾ ਪਊਗਾ। ਕਿਉਂਕਿ ਉਹਨਾਂ ਨੇ ਉਹ ਬੰਦੀਆਂ ਦੀ ਰਿਹਾਈ ਵਾਸਤੇ ਕਹਿਣ ਜਿਹੜੇ ਖੁਦ ਬੰਦੀ ਬਣਾਉਂਦੇ ਰਹੇ ਆ, ਇਹਦਾ ਜਵਾਬ ਉਹਨਾਂ ਨੂੰ, ਕੌਮ ਨੂੰ, ਪੰਥ ਨੂੰ ਦੇਣਾ ਪਊਗਾ। ਤੇ ਜੇ ਉਹ ਇਹ ਸੋਚਦੇ ਆ ਵੀ ਸ਼ਾਇਦ ਇਹਨਾਂ ਪੰਥ ਦੇ ਮੁੱਦਿਆਂ ਨੂੰ ਲੈ ਕੇ ਮੁੜ ਆਕਸੀਜਨ ਜਾਂ ਸਰਵਾਈਵ ਹੋ ਜਾਵਾਂਗੇ, ਇਹ ਭੁਲੇਖਾ ਉਹ ਕੱਢ ਦੇਣ। ਅਸੀਂ ਇਸ ਤਰ੍ਹਾਂ ਦਾ ਕਰਨ ਦਾ ਪੰਥ ਜਿਹੜਾ ਹੈ, ਕੌਮ ਇਜਾਜ਼ਤ ਨਹੀਂ ਦਊਗੀ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਨਾਲ ਗਦਾਰੀਆਂ ਕੀਤੀਆਂ, ਧੱਕੇਸ਼ਾਹੀਆਂ ਕੀਤੀਆਂ ਨੇ, ਉਹ ਮੁੜ ਕੇ ਪੰਥ ਦੇ ਉੱਤੇ ਜਿਹੜਾ ਰਾਜ ਕਰਨ ਦੀ ਜਾਂ ਪੰਥ ਤੇ ਕਾਬਜ ਹੋਣ ਦੀ ਸੋਚਣ, ਇਹ ਭੁਲੇਖਾ ਉਹਨਾਂ ਨੂੰ ਆਪਣੇ ਸੁਪਨੇ 'ਚੋਂ ਕੱਢ ਦੇਣਾ ਚਾਹੀਦਾ। ਅਸੀਂ ਇਸੇ ਤਰ੍ਹਾਂ, ਮੈਂ ਹਰ ਨੁਕਸਾਨ ਝੱਲਣ ਲਈ ਤਿਆਰ ਹਾਂ, ਪਰ ਮੈਂ ਪੰਥ ਦੀ, ਕੌਮ ਦੀ ਆਵਾਜ਼ ਇਸੇ ਤਰ੍ਹਾਂ ਜਿਹੜੀ ਆ ਉਹ ਬੁਲੰਦ ਕਰਦਾ ਰਹੂੰਗਾ। ਤੇ ਮੈਨੂੰ ਸਵੇਰ ਦਾ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਦੁਨੀਆ ਭਰ ਦੇ ਵਿੱਚੋਂ ਪੰਥ ਦਰਦੀ ਜਿਹੜੇ ਹੈਗੇ ਉਹਨਾਂ ਨੇ ਐਪਰੀਸ਼ੀਏਟ ਕੀਤਾ ਵਾ। ਉਹ ਕਹਿੰਦੇ ਕਿ ਇਹ ਤੁਸੀਂ ਬਹੁਤ ਮਰਦਾਂ ਵਾਲੀ ਗੱਲ ਕੀਤੀ ਆ, ਔਰ ਜਿਹੜਾ ਸਮੇਂ ਦੇ ਉੱਤੇ ਜਿਹੜਾ ਸੀ, ਅਸੀਂ ਕਹਿੰਦੇ ਸੋਚ ਰਹੇ ਸੀ ਵੀ ਇਹ ਕਿਸ ਤਰੀਕੇ ਨਾਲ, ਪਰ ਅਸੀਂ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਕਰਕੇ ਕੋਈ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਰੁਕਾਵਟ ਆਵੇ, ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰੂੰਗਾ। ਮੈਂ ਹਿੱਸਾ ਬਣਿਆ ਰਹੂੰਗਾ ਇਸ ਕਮੇਟੀ ਦਾ। ਉਹ ਬਾਹਰ ਕੱਢਣਾ ਚਾਹੁਣ ਤਾਂ 100 ਵਾਰੀ ਮੈਨੂੰ ਕੱਢ ਦੇਣ, ਪਰ ਜਿਹੜੀ ਗੱਲ ਅਸੀਂ ਜੋ ਰੋਸ ਸੀਗਾ ਉਹ ਜ਼ਾਹਰ ਕਰ ਦਿੱਤਾ, ਬਕਾਇਦਾ ਕਮੇਟੀ ਦੀ ਮੀਟਿੰਗ 'ਚ ਕੀਤਾ ਵਾ। ਅੱਗੇ ਕਾਰਵਾਈ ਕਰਨੀ ਨਾ ਕਰਨੀ ਇਹ ਪ੍ਰਧਾਨ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਜੀ। ਬਹੁਤ ਸ਼ੁਕਰੀਆ ਸਕਾਈ ਨਿਊਜ਼ ਨਾਲ ਜੁੜਨ ਵਾਸਤੇ ਜਥੇਦਾਰ ਦਾਦੂਵਾਲ ਸਾਹਿਬ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।